ਹਾਜ਼ਰੀਨ ਮੁਅੱਜ਼ਜ਼ ਅਫਰਾਦ ਉਡਾਨ ਇੰਸਟੀਚਿਊਟ ਦੀ ਆਨਲਾਈਨ ਕਲਾਸ ਦੇ ਵਿੱਚ ਤੁਹਾਡਾ ਖੈਰ ਮਕਦਮ ਹੈ। ਤੋ ਮਾਸਟਰ ਕੇਡਰ ਦੇ ਸੰਦਰਭ ਦੇ ਵਿੱਚ ਉਹਦੀ ਤਿਆਰੀ ਵਾਸਤੇ ਆਪਾਂ ਜਿਹੜਾ ਸੀਗਾ MCQ ਜਿਹੜਾ ਅੱਗੇ ਉਹ ਚਲਾਇਆ ਹੋਇਆ ਆਪਾਂ ਜਿਹੜਾ ਹੈਗਾ ਆਪਣੀ ਸ਼੍ਰੰਖਲਾ ਉਹਦੇ ਤਹਿਤ ਅੱਜ ਅਸੀਂ ਨਵਾਂ ਜਿਹੜਾ ਅਗਲੀ ਕੜੀ ਦੇ ਵਿੱਚ ਜਿਹੜਾ ਰਿਕਾਰਡ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਸੰਦਰਭ ਦੇ ਵਿੱਚ ਸਵਾਲਾਂ ਦੇ ਤੁਹਾਨੂੰ ਆਨਸਰ ਦੱਸਾਂਗੇ। ਉਸੇ ਸ਼੍ਰੰਖਲਾ ਦੇ ਤਹਿਤ ਅੱਜ ਆਪਣਾ ਇਹ ਕੰਮ ਅਸੀਂ ਸ਼ੁਰੂ ਇੱਥੋਂ ਕਰਦੇ ਹੈਗੇ। ਤੋ ਪ੍ਰਥਮ ਜਿਹੜਾ ਸਾਡਾ ਹੈਗਾ ਜਿਹੜਾ ਉਹ ਹੈਗਾ ਸੰਘੋਸ਼ ਮਹਾਪ੍ਰਾਣ ਵਿਅੰਜਨ ਹਨ। ਉਹਨਾਂ ਨੇ ਪੁੱਛਿਆ ਕਿ ਸੰਘੋਸ਼ ਮਹਾਪ੍ਰਾਣ, ਇੱਕ ਚੀਜ਼ ਯਾਦ ਰੱਖਣੀ ਹੈਗੀ ਆ ਕਿ ਜਿਹੜਾ ਸੰਘੋਸ਼ ਹੁੰਦਾ ਉਹਨੂੰ ਨਾਦੀ ਵੀ ਕਹਿੰਦੇ ਨੇ, ਸੰਘੋਸ਼ ਨੂੰ ਨਾਦੀ ਵੀ ਆਖਿਆ ਜਾਂਦਾ ਹੈਗਾ। ਨਾਦੀ ਤੇ ਸੰਘੋਸ਼ ਦੋਨੇ ਹੀ ਜਿਹੜੇ ਹੈਗੇ ਨੇ, ਸੰਘੋਸ਼ ਦੋਨੇ ਹੀ ਇਹ ਪਰਿਆਏ ਸ਼ਬਦ ਨੇ। ਭਾਵ ਇਹ ਹੈ ਕਿ ਜਦੋਂ ਜਿਹੜੀਆਂ ਧੁਨੀਆਂ ਨੂੰ ਤੁਸੀਂ ਉਚਾਰਦੇ ਹੋ ਤੁਹਾਡੇ ਸਵਾਸ ਦੀ ਮਾਤਰਾ ਪੂਰਨ ਰੂਪ ਦੇ ਵਿੱਚ ਮੂੰਹ ਪੋਲ ਤੋਂ ਬਾਹਰ ਵੀ ਜਾਂਦੀ ਹੈ ਤੇ ਨਾਲ ਨਾਲ ਵੋਕਲ ਕਾਰਡਸ ਦੇ ਵਿੱਚ, ਨਾਦ ਤੰਤਰੀਆਂ ਦੇ ਵਿੱਚ ਨਾਲ ਗੂੰਜ ਵੀ ਪੈਦਾ ਹੁੰਦੀ ਹੈ। ਹੁਣ 4 ਆਪਸ਼ਨਸ ਨੇ ਸਾਡੇ ਕੋਲ ਇੱਥੇ। ਤੋ ਇੱਥੇ ਤੁਸੀਂ ਦੇਖੋ ਕਿ ਕਿਹੜਾ ਜਿਹੜਾ ਹੈਗਾ ਹੈ, ਕਿੰਨਾਂ ਨੂੰ ਉਚਾਰਦੇ ਸਮੇਂ ਤੁਹਾਡੀ ਸਵਾਸ ਦੀ ਮਾਤਰਾ ਪੂਰੀ ਬਾਹਰ ਵੀ ਜਾਊਗੀ ਤੇ ਉਹਦੇ ਵਿੱਚ ਗੂੰਜ ਵੀ ਪੈਦਾ ਹੋਊਗੀ ਨਾਦ ਤੰਤਰੀਆਂ ਦੇ ਵਿੱਚ। ਜਦੋਂ ਤੁਸੀਂ ਇਹਨਾਂ ਨੂੰ ਉਚਾਰ ਕੇ ਵੇਖੋਗੇ ਤੇ ਸਭ ਤੋਂ ਲਾਸਟ ਦੇ ਵਿੱਚ ਜਿਹੜੀਆਂ ਧੁਨੀਆਂ ਨੇ ਸਾਡੀ ਆਪਸ਼ਨ ਆ ਆਏਗੀ ਘ ਜ ਢ ਧ। ਇੱਕ ਚੀਜ਼ ਹੋਰ ਇੱਥੇ ਯਾਦ ਰੱਖਣ ਯੋਗ ਇਹ ਹੈਗੀ ਆ ਕਿ ਧੁਨੀ ਨੂੰ ਉਚਾਰਨ ਦੇ ਸਮੇਂ ਧੁਨੀ ਹੀ ਬਣਾ ਕੇ ਉਚਾਰਨਾ ਹੈਗਾ, ਉਹਨੂੰ ਸ਼ਬਦ ਨਹੀਂ ਬਣਾਉਣਾ। ਕਈ ਵਾਰ ਕੀ ਹੁੰਦਾ ਹੈਗਾ ਕਿ ਅਕਸਰ ਸਟੂਡੈਂਟਸ ਦੇ ਵਿੱਚ ਇਸ ਗੱਲ ਦਾ ਬੜਾ ਟਪਲਾ ਲੱਗਦਾ ਹੈ, MA ਦੇ ਲੈਵਲ ਤੱਕ ਵੀ ਇਹ ਟਪਲਾ ਲੱਗਦਾ ਹੈਗਾ ਬੱਚਿਆਂ ਨੂੰ ਕਿ ਜੀ ਇਹ ਕੱਕਾ ਇਹ ਖੱਖਾ ਹੈ। ਠੀਕ ਹੈ, ਤੁਸੀਂ ਪੰਜਾਬੀ ਵਿੱਚ ਉਹਨੂੰ ਕੱਕਾ ਖੱਖਾ ਜੋ ਮਰਜ਼ੀ ਬੋਲੋ, ਪਰ ਮੂਲ ਜਿਹੜਾ ਹੈਗਾ ਉਹ ਕ ਹੈ। ਕ ਸਾਊਂਡ ਹੈ, ਜਸਟ ਉਹ ਇੱਕ ਆਵਾਜ਼ ਹੈ, ਨਾ ਕਿ ਵਰਡ। ਇਸ ਕਰਕੇ ਕੱਕਾ ਤੁਸੀਂ ਪੰਜਾਬੀ ਦੇ ਵਿੱਚ ਆਪਣੀ ਸਹੂਲੀਅਤ ਵਾਸਤੇ ਕਹਿ ਰਹੇ ਹੋ, ਮੂਲ ਰੂਪ ਦੇ ਵਿੱਚ ਉਹ ਕੀ ਹੈ ਕ। ਖ ਜੋ ਹੈ ਜਦੋਂ ਤੁਸੀਂ ਖ ਬੋਲੋਗੇ ਤੇ ਤੁਹਾਡੀ ਸਾਰੀ ਮਾਤਰਾ ਜਿਹੜੀ ਖ ਮੂੰਹ ਪੋਲ ਤੋਂ ਬਾਹਰ ਜਾਏਗੀ। ਇਸ ਕਰਕੇ ਸਾਡਾ ਜਿਹੜਾ ਆਨਸਰ ਹੈਗਾ ਉਹ ਲਾਸਟ ਵਾਲਾ ਹੈਗਾ ਘ ਝ ਢ ਧ। ਪੰਜਾਬੀ ਦੇ ਪਹਿਲੇ ਵਿਆਕਰਨ ਦਾ ਕਰਤਾ ਹੈ। ਪੰਜਾਬੀ ਦੇ ਵਿੱਚ ਪਹਿਲਾ ਵਿਆਕਰਨ ਕਿਹਨੇ ਲਿਖਿਆ ਹੈਗਾ, ਸਾਡੇ ਕੋਲ ਇਹ ਪੁੱਛਿਆ ਗਿਆ ਸਵਾਲ ਹੈਗਾ। ਤੋ ਇਹਦਾ ਸਹੀ ਆਨਸਰ ਜਿਹੜਾ ਹੈਗਾ ਉਹ ਹੈਗਾ ਈ। ਸਰ ਵਿਲੀਅਮ ਕੇਰੀ ਨੇ 1812 ਈਸਵੀ ਦੇ ਵਿੱਚ ਸੀਗਾ ਜਿਹੜਾ ਉਹ ਪਹਿਲਾ ਪੰਜਾਬੀ ਦਾ ਜਿਹੜਾ ਵਿਆਕਰਨ ਉਹ ਲਿਖਿਆ ਸੀਗਾ। ਵਾਕ ਵਰਤੋਂ ਵਿੱਚ ਨਾਮ ਸ਼ਬਦਾਂ ਦੇ ਰੂਪ ਵਟਣ ਦੇ ਕਾਰਨ ਹਨ। ਵਾਕ ਦੀ ਵਰਤੋਂ ਵਿੱਚ ਨਾਮ ਸ਼ਬਦਾਂ ਦੇ ਜਿਹੜਾ ਰੂਪ ਆ ਉਹ ਕਿਸ ਪੱਧਰ ਤੇ ਵਟਦਾ ਹੈਗਾ, ਕੀ ਕਾਰਨ ਹੈਗਾ। ਤੋ ਸਾਡੇ ਕੋਲ ਇੱਥੇ 4 ਆਪਸ਼ਨ ਨੇ। ਤੋ ਇਹਦੇ ਸਹੀ ਆਨਸਰ ਹੈਗਾ ਪੰਜਾਬੀ ਵਿੱਚ ਨਾਮ ਸ਼ਬਦਾਂ ਦਾ ਰੂਪ ਜਿਹੜਾ ਹੈਗਾ ਉਹ ਵਚਨ ਤੇ ਕਾਰਕ ਦੇ ਪੱਧਰ ਦੇ ਉੱਪਰ ਵਟਦਾ ਹੈਗਾ। ਇਸ ਕਰਕੇ ਸਾਡਾ ਜਿਹੜਾ ਆਨਸਰ ਹੈਗਾ ਉਹ ਆੜਾ ਆਏਗਾ ਅ। ਭਾਸ਼ਾ ਵਿਗਿਆਨ ਦਾ ਖੇਤਰ ਹੈ। ਲਿੰਗੁਇਸਟਿਕਸ ਦਾ, ਭਾਸ਼ਾ ਵਿਗਿਆਨ ਨੂੰ ਅੰਗਰੇਜ਼ੀ ਦੇ ਵਿੱਚ ਲਿੰਗੁਇਸਟਿਕਸ ਆਖਿਆ ਜਾਂਦਾ। ਲਿੰਗੁਇਸਟਿਕਸ ਲਿੰਗੁਇਸਟਿਕਸ ਦਾ ਕਹਿੰਦਾ ਖੇਤਰ ਹੈਗਾ ਭੂਗੋਲ ਹੈ, ਜਿਓਗ੍ਰਾਫੀ ਹੈ, ਜਾਂ ਫਿਰ ਕਲਚਰ ਹੈਗਾ, ਜਾਂ ਫਿਰ ਲਿਟਰੇਚਰ ਹੈਗਾ। ਇਹਨਾਂ ਵਿੱਚੋਂ ਕਿਹੜਾ ਹੈ? ਤੋ ਇਹਨਾਂ ਤਿੰਨਾਂ ਦੇ ਵਿੱਚੋਂ ਹੀ ਭਾਸ਼ਾ ਵਿਗਿਆਨ ਦਾ ਕੋਈ ਵੀ ਖੇਤਰ ਜਾਂ ਲਿੰਗੁਇਸਟਿਕਸ ਦਾ ਕੋਈ ਵੀ ਇਹਨਾਂ ਤਿੰਨਾਂ ਚੋਂ ਖੇਤਰ ਨਹੀਂ ਹੈਗਾ। ਇਸ ਕਰਕੇ ਸਾਡਾ ਜਿਹੜਾ ਆਨਸਰ ਆਏਗਾ ਉਹ ਸੱਸਾ ਆਏਗਾ, ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਸੰਸਾਰ ਵਿੱਚ ਸਭ ਤੋਂ ਪਹਿਲਾਂ ਪੈਦਾ ਹੋਈ ਸੰਕੇਤ ਲਿਪੀ, ਵਰਣਨ ਲਿਪੀ, ਚਿੰਨ੍ਹ ਲਿਪੀ ਜਾਂ ਫਿਰ ਚਿੱਤਰ ਲਿਪੀ। ਤੋ ਸੰਸਾਰ ਦੇ ਵਿੱਚ ਸਰਵ ਪ੍ਰਥਮ ਜਿਹੜੀ ਲਿਪੀ ਜਾਂ ਸਕ੍ਰਿਪਟ ਹੈਗੀ ਆ ਪੈਦਾ ਹੋਈ ਆ ਉਹ ਚਿੱਤਰ ਲਿਪੀ ਸੀਗੀ। ਇਸ ਕਰਕੇ ਸਾਡਾ ਆਨਸਰ ਜਿਹੜਾ ਹੈਗਾ ਉਹ ਸੱਸਾ ਹੈਗਾ। ਸੰਸਾਰ ਵਿੱਚ ਚਿੱਤਰ ਲਿਪੀ ਸਭ ਤੋਂ ਪਹਿਲਾਂ ਪੈਦਾ ਹੋਈ ਸੀਗੀ। ਚੈਨ ਵਿਗਿਆਨ ਆਧਾਰਿਤ ਹੈ, ਭਾਸ਼ਾਈ ਪ੍ਰਬੰਧ ਉੱਪਰ ਆਧਾਰਿਤ ਹੈ, ਸੱਭਿਆਚਾਰ ਪ੍ਰਬੰਧ ਉੱਪਰ ਹੈ, ਅਰਥ ਪ੍ਰਬੰਧ ਉੱਪਰ ਹੈ ਜਾਂ ਸਮਾਜਿਕ ਪ੍ਰਬੰਧ ਉੱਪਰ ਹੈ।
ਚੈਨ ਵਿਗਿਆਨ ਜਾਂ ਸਿਮੈਂਟਿਕਸ ਜਿਹੜਾ ਹੈਗਾ ਹੈ ਉਹ ਭਾਸ਼ਾਈ ਪ੍ਰਬੰਧ ਦੇ ਉੱਪਰ ਆਧਾਰਿਤ ਹੁੰਦਾ ਹੈਗਾ, ਕਿਉਂਕਿ ਸਿਮੈਂਟਿਕਸ ਲਿੰਗੁਇਸਟਿਕਸ ਦੀ ਹੀ ਇੱਕ ਸ਼ਾਖਾ ਹੈਗੀ ਆ। ਇਸ ਕਰਕੇ ਸਾਡਾ ਜਿਹੜਾ ਆਨਸਰ ਹੋਏਗਾ ਉਹ ਊੜਾ ਆਏਗਾ ਜੀ, ਪਹਿਲਾ ਆਨਸਰ। ਲਿਪੀ ਹੈ ਵਿਗਿਆਨਕ ਪ੍ਰਬੰਧ ਹੈਗਾ, ਅੱਖਰ ਪ੍ਰਬੰਧ, ਸ਼ਬਦਾਰਥ ਪ੍ਰਬੰਧ ਜਾਂ ਧੁਨੀ ਪ੍ਰਬੰਧ। तो लिपि अंग्रेजी दे आर्थोग्राफी का पर्याय शब्द है। आर्थोग्राफी का भाव हुंदा हैगा भाषाई चिन्हां नूं व्यक्त करन दी तरतीब, उन्होंने आर्थोग्राफी कहते हैं। और आर्थोग्राफी जिहड़ा पंजाबी दे पर्याय अखर प्रबंध का पर्याय हैगा। इस करके साडा आंसर हैगा जिहड़ा वो आड़ा इत्थे आएगा। भाषा ਸਾਹਿਤ ਦਾ ਉਹ ਪੁੱਛਦਾ ਕਿ ਭਾਸ਼ਾ ਸਾਹਿਤ ਦਾ ਕੀ ਹੈ, ਮਾਧਿਅਮ ਹੈਗਾ, ਤੱਤ ਹੈ, ਮਾਡਲ ਹੈ ਜਾਂ ਰੂਪ ਹੈ। ਭਾਸ਼ਾ ਸਾਹਿਤ ਦਾ ਜਾਂ ਲਿਟਰੇਚਰ ਦਾ ਮਾਧਿਅਮ ਹੁੰਦਾ ਹੈਗਾ। ਭਾਸ਼ਾ ਦੇ ਮਾਧਿਅਮ ਰਾਹੀਂ ਹੀ ਲਿਟਰੇਚਰ ਨੂੰ ਜਿਹੜਾ ਹੈਗਾ ਉਹ ਐਕਸਪਲੇਨ ਕੀਤਾ ਜਾਂਦਾ ਹੈਗਾ ਜਾਂ ਲਿਟਰੇਚਰ ਨੂੰ ਦਰਸਾਇਆ ਜਾਂਦਾ ਹੈਗਾ ਜਾਂ ਆਮ ਆਵਾਮ ਤੱਕ ਉਹਨੂੰ ਪਹੁੰਚਾਇਆ ਜਾਂਦਾ ਹੈਗਾ। ਉਪਭਾਸ਼ਾਈ ਐਟਲਸ ਦਾ ਆਧਾਰ ਹੈਗਾ। ਉਹ ਕਹਿੰਦਾ ਕਿ ਉਪਭਾਸ਼ਾਈ ਜਿਹੜਾ ਐਟਲਸ ਹੈ ਉਹਦਾ ਆਧਾਰ ਕੀ ਹੈ। ਉਚਾਰਨ ਵੱਖਰਤਾ ਹੈ, ਸ਼ਬਦਾਵਲੀ ਦੀ ਵੱਖਰਤਾ, ਸੂਚਕ ਵੱਖਰਤਾ ਜਾਂ ਸਮਾਜਿਕ ਵੱਖਰਤਾ। ਤੋ ਉਪਭਾਸ਼ਾ ਦਾ ਸੰਬੰਧ ਜਿਹੜਾ ਭਾਸ਼ਾ ਨਾਲ ਹੈਗਾ। ਤੋ ਭਾਸ਼ਾ ਦਾ ਸਰਵ ਪ੍ਰਥਮ ਜਿਹੜਾ ਆਪਣਾ ਸੰਬੰਧ ਬਣਦਾ ਹੈ ਉਹ ਉਚਾਰਨ ਪੱਧਤੀ ਨਾਲ ਬਣਦਾ ਹੈ। ਤੋ ਅਧਿਐਨ ਭਾਸ਼ਾ ਦੇ ਉਚਾਰਨ ਰੂਪ ਦਾ ਹੀ, ਉਚਰਿਤ ਰੂਪ ਦਾ ਹੀ ਅਧਿਐਨ ਕੀਤਾ ਜਾਂਦਾ ਮੂਲ ਰੂਪ ਦੇ ਵਿੱਚ। ਇਸ ਕਰਕੇ ਜਿਹੜਾ ਉਪਭਾਸ਼ਾਈ ਐਟਲਸ ਹੈਗਾ ਜਿਹੜਾ ਉਹਦਾ ਆਧਾਰ ਹੈਗਾ ਜਿਹੜੀ ਉਹ ਉਚਾਰਨ ਵੱਖਰਤਾ ਹੁੰਦਾ ਹੈਗਾ। ਉਚਾਰਨ ਵੱਖਰਤਾ ਨੂੰ ਲੈ ਕੇ ਹੀ ਜਿਹੜਾ ਹੈਗਾ ਉਹ ਉਪਭਾਸ਼ਾਈ ਐਟਲਸ ਬਣਾਇਆ ਜਾਂਦਾ ਜਾਂ ਤਿਆਰ ਕੀਤਾ ਜਾਂਦਾ ਹੈਗਾ। ਲਿਪੀ ਗ੍ਰਾਮ ਵਿਗਿਆਨ ਦੀ ਲਘੂਤਮ ਇਕਾਈ ਹੈ। ਲਘੂਤਮ ਦਾ ਅਰਥ ਹੁੰਦਾ ਸ਼ਾਰਟ ਯੂਨਿਟ, ਇਕਾਈ ਹੁੰਦੀ ਯੂਨਿਟ ਤੇ ਇਹਦਾ ਮਾਈਨ ਹੁੰਦਾ ਸ਼ਾਰਟ, ਛੋਟੀ ਇਕਾਈ ਹੈਗੀ ਆ। ਉਹ ਹੈਗੀ ਇਹਨਾਂ ਵਿੱਚੋਂ ਕੀ ਹੈ, ਮਾਰਫੀਮ, ਐਲੋਗ੍ਰਾਫ ਜਾਂ ਰੂਪੀਮ ਜਾਂ ਗ੍ਰਾਫੀਮ। ਤੋ ਇਹਦੇ ਵਿੱਚ ਜਿਹੜਾ ਉੱਪਰਲੀਆਂ ਤਿੰਨੋਂ ਰੂਪ ਵਿਗਿਆਨ ਦੀਆਂ ਪੱਧਤੀਆਂ ਨਾ, ਤੋ ਇਹਦੇ ਵਿੱਚੋਂ ਜਿਹੜਾ ਆਨਸਰ ਹੈਗਾ ਉਹ ਸਾ ਆਏਗਾ। ਗ੍ਰਾਫੀਮ ਸਭ ਤੋਂ ਛੋਟੀ ਹੁੰਦੀ ਹੈਗੀ ਇਹਨਾਂ ਵਿੱਚੋਂ। ਉਪਭਾਸ਼ਾ ਵਿਗਿਆਨ ਦਾ ਮੰਤਵ ਹੈ ਭਾਸ਼ਾ ਦੇ ਵਿਆਕਰਣ ਦਾ ਅਧਿਐਨ, ਇਹ ਵੀ ਗਲਤ ਹੈਗਾ। ਭਾਸ਼ਾ ਦੀ ਸੰਚਾਰ ਪ੍ਰਕਿਰਿਆ ਦਾ ਅਧਿਐਨ, ਇਹ ਵੀ ਨਹੀਂ ਸਹੀ। ਟਕਸਾਲੀ ਭਾਸ਼ਾ ਦਾ ਨਿਰਮਾਣ, ਇਹ ਵੀ ਗਲਤ ਹੈ। ਵਿਸ਼ੇਸ਼ ਇਲਾਕੇ ਵਿੱਚ ਪ੍ਰਚਲਿਤ ਭਾਸ਼ਾ ਦਾ ਸਰਵਪੱਖੀ ਅਧਿਐਨ, ਸਾਡਾ ਆਨਸਰ ਜਿਹੜਾ ਆਏਗਾ ਇਹ ਆਏਗਾ। ਕਿਸੇ ਵਿਸ਼ੇਸ਼ ਇਲਾਕੇ ਦੀ ਭਾਸ਼ਾ ਦਾ ਜਿਹੜਾ ਹੈਗਾ ਸਰਵਪੱਖੀ ਅਧਿਐਨ ਕਰਨ ਨੂੰ ਜਿਹੜਾ ਉਹਦਾ ਮੰਤਵ ਹੁੰਦਾ ਹੈਗਾ ਉਪਭਾਸ਼ਾ ਦਾ। ਭਾਸ਼ਾ ਵਿਗਿਆਨ ਦਾ ਸਿੱਧਾ ਸੰਬੰਧ ਹੈ ਸਾਹਿਤ ਵਿਗਿਆਨ ਨਾਲ, ਚੈਨ ਵਿਗਿਆਨ ਨਾਲ, ਮਨੋਵਿਗਿਆਨ ਨਾਲ ਜਾਂ ਫਿਰ ਸਮਾਜ ਵਿਗਿਆਨ ਨਾਲ। ਤੋ ਇੱਥੇ ਭਾਸ਼ਾ ਵਿਗਿਆਨ ਦਾ ਨਾ ਤਾਂ ਸਾਹਿਤ ਵਿਗਿਆਨ ਨਾਲ ਸੰਬੰਧ ਹੁੰਦਾ ਹੈਗਾ, ਨਾ ਮਨੋਵਿਗਿਆਨ ਨਾਲ, ਨਾ ਸੋਸ਼ੋਲੋਜੀ ਨਾਲ। ਤੋ ਇਹਦਾ ਸੰਬੰਧ ਜਿਹੜਾ ਹੈਗਾ ਉਹ ਸਿਮੈਂਟਿਕਸ ਦੇ ਨਾਲ ਹੁੰਦਾ ਜਾਂ ਚੈਨ ਵਿਗਿਆਨ ਨਾਲ। ਚੈਨ ਵਿਗਿਆਨ ਭਾਸ਼ਾ ਵਿਗਿਆਨ ਦੀ ਹੀ ਇੱਕ ਬ੍ਰਾਂਚ ਹੈਗੀ ਆ। ਇਹਨਾਂ ਵਿੱਚੋਂ ਕਿਹੜਾ ਜੁੱਟ ਅੰਮ੍ਰਿਤਾ ਪ੍ਰੀਤਮ ਦੀਆਂ ਰਚਨਾਵਾਂ ਦਾ ਨਹੀਂ। ਨਿੱਕੀ ਜਿਹੀ ਸੁਗਾਤ, ਸਾਂਝ ਦੀ ਲਾਲੀ, ਲੋਕ ਪੀੜਾ, ਸਰਗੀ ਵੇਲਾ, ਲੰਮੀਆਂ ਵਾਟਾਂ, ਰਾਗ ਰਿਸ਼ਮਾ, ਕਾਗਜ਼ ਤੇ ਕੈਨਵਸ, ਅਸ਼ੋਕਾ ਚੇਤੀ, ਉੱਠਣੀ ਸਾਹਿਬਾਂ ਸੁੱਤੀਏ, ਮੈਂ ਜਮਾ ਤੂੰ, ਸੁਨੇਹੜੇ, ਠੰਡੀਆਂ ਕਿਰਨਾਂ। ਤੋ ਇਹਦੇ ਵਿੱਚ ਜਿਹੜਾ ਹੈਗਾ ਇਹ ਆਨਸਰ ਹੈਗਾ ਸਾਡਾ ਸ ਹੈਗਾ। ਇਹ ਰਚਨਾਵਾਂ ਦਾ ਅੰਮ੍ਰਿਤਾ ਪ੍ਰੀਤਮ ਦੀਆਂ ਦਾ ਜੁੱਟ ਨਹੀਂ ਹੈਗਾ। ਕਿਹੜਾ ਸ਼ਬਦ ਨਾਮ ਤੇ ਕਿਰਿਆ ਦੋਨੇ ਹਨ। ਕਰਨਾ, ਪੜ੍ਹਨਾ, ਵੇਖਣਾ, ਘੋਟਣਾ। ਹੁਣ ਕਰਨਾ ਕਿਰਿਆ ਹੈ, ਕੋਈ ਸੰਦ ਨਹੀਂ ਹੁੰਦਾ। ਇਹ ਪੜ੍ਹਨਾ ਵੀ ਇੱਕ ਕਿਰਿਆ ਹੈ, ਵੇਖਣਾ ਵੀ ਕਿਰਿਆ ਹੈ। ਇਸ ਕਰਕੇ ਘੋਟਣਾ ਹੈਗਾ ਜਿਹੜਾ ਇਹ ਕਿਰਿਆ ਵੀ ਹੈਗੀ ਹੈ ਤੇ ਨਾਲ ਦੀ ਨਾਲ ਨਾਮ ਵੀ ਹੈਗਾ। ਨਾਮ ਇੱਕ ਸਲੋਤਰ ਹੁੰਦਾ ਹੈਗਾ, ਇੱਕ ਡੰਡਾ ਹੁੰਦਾ ਹੈ ਜਿਹਦੇ ਨਾਲ ਕਿਸੇ ਚੀਜ਼ ਨੂੰ ਰਗੜਿਆ ਜਾਂਦਾ ਜਾਂ ਘੋਟਿਆ ਜਾਂਦਾ ਹੈ। ਘੋਟਣਾ ਕਿਰਿਆ ਹੈ ਤੇ ਘੋਟਣ ਵਾਲਾ ਜਿਹੜਾ ਨਾਮ ਆ ਉਹ ਵੀ ਇੱਥੇ ਜਿਹੜਾ ਘੋਟਣਾ ਹੀ ਸ਼ਬਦ ਉਹਦੇ ਵਾਸਤੇ ਵਰਤਿਆ ਜਾਂਦਾ ਹੈਗਾ। ਧੁਨੀ ਗ੍ਰਾਮ ਵਿਗਿਆਨ ਦਾ ਮਨੋਰਥ ਹੈ ਧੁਨੀਆਂ ਦੇ ਉਚਾਰਨ ਨਿਯਮ, ਸੁਰੀਲੀਆਂ ਧੁਨੀਆਂ ਦਾ ਉਚਾਰਨ ਅਭਿਆਸ, ਇਹ ਗਲਤ ਹੈ। ਕਿਸੇ ਵਿਸ਼ੇਸ਼ ਭਾਸ਼ਾ ਵਿੱਚ ਪ੍ਰਚਲਿਤ ਧੁਨੀਆਂ ਦਾ ਨਖੇੜਾ, ਇਹਨਾਂ ਵਿੱਚੋਂ ਕੋਈ ਨਹੀਂ, ਇਹ ਵੀ ਗਲਤ ਹੈ ਤੇ ਇਹ ਵੀ ਗਲਤ ਹੈ। ਇਹ ਹੈਗਾ ਜੀ ਧੁਨੀਆਂ ਦੇ ਉਚਾਰਨ ਨਿਯਮ, ਧੁਨੀਆਂ ਦੇ ਸਰਬੰਗੀ ਉਚਾਰਨ ਨਿਯਮਾਂ ਦਾ ਅਧਿਐਨ। ਕਿਸੇ ਵੀ ਭਾਸ਼ਾ ਦੀਆਂ ਧੁਨੀਆਂ ਹੋ ਸਕਦੀਆਂ, ਕਿਸੇ ਵਿਸ਼ੇਸ਼ ਭਾਸ਼ਾ ਦੀਆਂ ਨਹੀਂ ਹੁੰਦੀਆਂ, ਉਹ ਕਿਸੇ ਵੀ ਭਾਸ਼ਾ ਦੀਆਂ ਧੁਨੀਆਂ ਹੋ ਸਕਦੀਆਂ ਹੈਗੀਆਂ।
ਪੰਜਾਬੀ ਸ਼ਬਦ ਰੂਪ ਅਤੇ ਸ਼ਬਦ ਜੋੜ ਕੋਸ਼ ਦਾ ਸੰਪਾਦਕ ਹੈ। ਇਹ ਕਿਤਾਬ ਹੈਗੀ ਆ ਵੀ ਇਹ ਕਿਹੜੇ ਬੰਦੇ ਨੇ ਇਹ ਸੰਪਾਦਿਤ ਕੀਤੀ ਹੈਗੀ, ਇਹਦਾ ਜਿਹੜਾ ਐਡੀਟਰ ਹੈਗਾ ਉਹ ਕਿਹੜਾ ਬੰਦਾ ਹੈਗਾ। ਸਾਡੇ ਕੋਲ ਇਹਦੇ 'ਚ 4 ਆਪਸ਼ਨ ਨੇ, तो करैक्ट जिहड़ा आंसर हैगा वो आड़ा हैगा। डॉक्टर हरकीरत सिंह होरां ने ये किताब जिहड़ी हैगी है ये संपादित की है और पंजाबी यूनिवर्सिटी पटियाला दी पब्लिकेशन ब्यूरो ने इसनूं छापिया हैगा। इस किताब नूं बड़ी वड्डी किताब है, बड़ा पंजाबी शब्द जोड़ कोश हैगा, बड़ी प्रतिष्ठित किताब मन्नी जाती हैगी है डॉक्टर साहब होरां दी। चिहन दा संबंध है, चिहन दा संबंध है चिहन नाल, बिंब नाल, संकल्प नाल जां प्रतीक नाल। तो चिहनत का जिहड़ा संबंध हुंदा हैगा वो संकल्प नाल हुंदा हैगा। संकल्प चिहन ते चिहनत जिहड़े हुंदे हैगे ने, एक बिंब हुंदा, एक धुनी बिंब हुंदा, एक संकल्प हुंदा है। तो चिहनत जिहड़ा हुंदा अगे संकल्प है जो साडे इस जैन दे विच संकार हुंदा हैगा, सकार हुंदा है। धुनी परिवर्तन हुंदा है सुभाविक रूप विच, भाषा विग्यानक रूप विच, व्याकरणिक रूप विच जां फिर धुनी नियमां दे अनुसार। ये सारा कुछ धुनी दे नियमां दे अंतर्गत हुंदा हैगा। इस करके इहदा आंसर जिहड़ा हैगा ये आह आएगा। पंजाबी भाषा की शब्दावली के वर्ग हैं, किन्ने वर्ग ने पंजाबी भाषा की शब्दावली दे? पंजाबी भाषा में शब्दावली के 9 वर्ग होंदे ने। भाषा विज्ञान का अंग है, इन्हां विचों की चीज़ भाषा विज्ञान का अंग है? वो है रूपीम। रूपीम रूप विज्ञान की एक टर्म हैगी है मार्फोलॉजी की, और मार्फोलॉजी जां रूप विज्ञान भाषा विज्ञान के अंतर्गत आउंदा हैगा। इस करके जिहड़ा रूप विज्ञान है वो भाषा विज्ञान का अंग हैगा। तो पाकिस्तानी पंजाब विच पंजाबी किस लिपि विच लिखी जाती है? तो पाकिस्तानी पंजाब की जिहड़ी पंजाबी है वो शाहमुखी विच लिखी जाती हैगी है। तो लिखी पंजाबी जाती है पर वो जिहड़ी स्क्रिप्ट हैगी है वो फारसी वाली स्क्रिप्ट हैगी जां उर्दू वाली स्क्रिप्ट हैगी है। ਉਹਦੀ ਪ੍ਰੋਨਾਂਸੀਏਸ਼ਨ ਪੰਜਾਬੀ ਹੋਏਗੀ। तो लिखी वो शाहमुखी, जिमें साडी गुरमुखी का ऊड़ा आड़ा है, ऊड़ा ऐड़ा ईड़ी। तो पाकिस्तानी वाली जिहड़ी हैगी उर्दू वाला ही है, अल्फ बे पे ते टे से। इवें उन्हां दी जिहड़ी स्क्रिप्ट हैगी है अपनी शाहमुखी है, साडी जिहड़ी है गुरमुखी हैगी है। मैंडा शब्द का संबंध है, किहड़ी उपभाषा नाल जिहड़ा संबंध है वो मैंडा शब्द का दर्शाया असीं इत्थे दसना हैगा, दर्शाउणा हैगा। तो इहदा संबंध जिहड़ा हैगा वो लहिंदी उपभाषा नाल है। बाबा फरीद के श्लोकां दे विच अक्सर लहिंदी उपभाषा दा नमूना मिलदा हैगा। फरीद साहब जिथे कहंदे ने काले मैंडे कपड़े काला मैंडा वेस गुण ही भरिया मैं फिरां लोक कहण दरवेश। तो जिहड़ा मैंडा शब्द हैगा वो लहिंदी उपभाषा का शब्द हैगा। इन्हां विचों किहड़ा जुट हरभजन सिंह दीयां रचनावां दा नहीं? जो मैं जो बीत गया, मावां धीआं निक सुख, रुख ते ऋषि, मेरा नाम कबीर, मत्थे वाला दीवा, चौथे दी उड़ीक, लासां, अमर गीत, अल्फ दुपहर, तार तुपका, अधरैणी। इन्हां विचों जिहड़ा किहड़ा हैगा डॉक्टर साहब दीयां रचनावां दा जिहड़ा जुट नहीं? तो यह हैगा ईड़ी आएगा इहदे विच, एक इन्हां दीयां रचनावां दा जुट नहीं हैगा। तीवी शब्द का संबंध किस उपभाषा नाल है? मूल रूप दे विच इत्थे ते आंसर करैक्ट तो आएगा पुआधी। पुआधी दे विच इह वरतिया जांदा और ये शब्द तीवी वास्ते जिहड़ा हैगा तीवी वास्ते तीवी मलवई विच भी वरतदे ने। रामपुरा बठिंडा साइड दे लोग जिहड़ा वाहवा हैगा वो मम्मे विच जिहड़ा हैगा तब्दील करते हैगे ने, पर मूल रूप दे विच इत्थे दा आंसर हैगा वो पुआधी ही आएगा करैक्ट आंसर। पुआधी दे विच इह ज़्यादा वरतिया जांदा हैगा। भाऊ किस उपभाषा का शब्द है? यह है माझी उपभाषा का। भरा वास्ते उत्थे भाऊ शब्द वरतिया जांदा हैगा। भारत देश है बहुभाषी मल्टीलिंगुअल कंट्री हैगी है, जिहड़ा साडा देश हैगा बहुभाषी। भाषा विज्ञान है भाषा का बहुपक्षी अध्ययन। हरेक पक्ष तो जिहड़ा भाषा का एनालिसिस करता हैगा उसनूं भाषा विज्ञान कहंदे हन। तर्कयुक्त विज्ञानक तौर पर जिहड़ा भाषा का अध्ययन करता है। औंकड़ ते होड़ा किस सुर नाल लगदे हन? सॉरी भी इत्थे आ सुर नहीं हैगा, ये सुर है, ये स्वर हैगा, सॉरी ये स्वर है। कॉन्सोनेंट्स वोवल
ਇਹ ਵੋਵਲ ਹੈਗਾ ਜਾਂ ਸਵਰ ਹੈ। ਇੱਥੇ ਮਿਸਟੇਕ ਦੇ ਨਾਲ ਸੁਰ ਲਿਖਿਆ ਗਿਆ, ਸਵਰ ਨਾਲ ਲੱਗਦੇ ਹਨ। ਤੋ ਔਂਕੜ ਤੇ ਹੋੜਾ ਕਿਸ ਸਵਰ ਨਾਲ ਲੱਗਦੇ ਹੈਗੇ ਨੇ? ਤੋ ਇਹ ਹੈਗਾ ਹੈ ਜੀ ਊੜਾ। ਊੜੇ ਦੇ ਨਾਲ ਔਂਕੜ ਵੀ ਲੱਗਦਾ ਹੈ, ਔਂਕੜ ਤੇ ਹੋੜਾ ਵੀ ਊੜੇ ਨਾਲ ਲੱਗਦਾ ਹੈ। ਹੋੜਾ ਖੁੱਲੇ ਮੂੰਹ ਵਾਲਾ ਊੜਾ ਤੇ ਔਂਕੜ ਦੇ ਵਿੱਚ ਜਿਹੜਾ ਹੈਗਾ ਥੱਲੇ ਉਹਦੇ ਔਂਕੜ ਊੜੇ ਦੇ ਜਿਹੜਾ ਹੈਗਾ ਇਹਦੇ ਨਾਲ ਲੱਗਦੇ ਹੈਗੇ ਨੇ। ਇਹਦਾ ਆਨਸਰ ਹੈਗਾ ਸਾਡਾ ਈੜੀ ਆਏਗਾ। ਪੰਜਾਬੀ ਦੀਆਂ ਅਖੰਡੀ ਧੁਨੀਆਂ ਕਿੰਨੀਆਂ ਹਨ? ਪੰਜਾਬੀ ਦੇ ਵਿੱਚ ਜਿਹੜੀਆਂ ਅਖੰਡੀ ਧੁਨੀਆਂ ਹੈਗੀਆਂ ਨੇ ਉਹ 5 ਨੇ। ਅਖੰਡੀ ਧੁਨੀਆਂ ਨੂੰ ਸੁਪਰ ਸੈਗਾਮੈਂਟਲ ਸਾਊਂਡ ਜਾਂ ਨੌਨ ਸੈਗਾਮੈਂਟਲ ਸਾਊਂਡ ਵੀ ਆਖਿਆ ਜਾਂਦਾ ਹੈਗਾ। ਸੁਰ, ਨਾਸਿਕਤਾ, ਬਾਲ, ਸੰਗਮ ਤੇ ਵਾਕਸੁਰ। ਵਾਕਸੁਰ ਨੂੰ ਐਂਟੋਨੇਸ਼ਨ ਵੀ ਅੰਗਰੇਜ਼ੀ ਦੇ ਵਿੱਚ ਐਂਟੋਨੇਸ਼ਨ ਕਹਿੰਦੇ ਨੇ। ਤੋ ਇਹ 5 ਤਰ੍ਹਾਂ ਦੀਆਂ ਜਿਹੜੀਆਂ ਪੰਜਾਬੀ ਦੀਆਂ ਅਖੰਡੀ ਧੁਨੀਆਂ ਹੈਗੀਆਂ ਨੇ, ਟੋਨ, ਨੈਜ਼ਲਿਟੀ, ਸਟ੍ਰੈਸ, ਜੁਨਸਰ ਐਂਡ ਐਂਟੋਨੇਸ਼ਨਸ। ਇਹ 5 ਪੰਜਾਬੀ ਦੀਆਂ ਜਿਹੜੀਆਂ ਹੈਗੀਆਂ ਨੇ ਅਖੰਡੀ ਧੁਨੀਆਂ ਹੈਗੀਆਂ ਨੇ। ਪੰਜਾਬੀ ਦੀਆਂ ਖੰਡੀ ਧੁਨੀਆਂ ਕਿੰਨੀਆਂ ਹਨ? ਪੰਜਾਬੀ ਵਿੱਚ ਜਿਹੜੀਆਂ ਸੈਗਾਮੈਂਟਲ ਸਾਊਂਡ ਨੇ ਉਹ 2 ਨੇ, ਸਵਰ ਤੇ ਵਿਅੰਜਨ। 2 ਕਿਸਮ ਦੀਆਂ ਪੰਜਾਬੀ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਉਹ ਖੰਡੀ ਧੁਨੀਆਂ ਪਾਈਆਂ ਜਾਂਦੀਆਂ ਨੇ, ਵੋਵਲਸ ਐਂਡ ਕੌਨਸੋਨੈਂਟਸ। ਖੰਡੀ ਤੇ ਸਵਰ ਤੇ ਵਿਅੰਜਨ। ਸ਼ਬਦ ਸ਼ਕਤੀਆਂ ਕਿਸ ਸੰਪਰਦਾਇ ਦਾ ਆਧਾਰ ਹਨ? ਤੋ ਸ਼ਬਦ ਸ਼ਕਤੀਆਂ ਜਿਹੜਾ ਹੈਗਾ ਉਹ ਧੁਨੀ ਸੰਪਰਦਾਇ ਦਾ ਆਧਾਰ ਹੈਗਾ। ਧੁਨੀ ਸੰਪਰਦਾਇ ਨੂੰ ਜਿਹੜਾ ਹੈਗਾ ਉਹ ਸ਼ਬਦ ਸ਼ਕਤੀਆਂ ਨੂੰ ਧੁਨੀ ਸੰਪਰਦਾਇ ਦੇ ਅੰਤਰਗਤ ਜਿਹੜਾ ਹੈਗਾ ਆਚਾਰੀਆ ਆਨੰਦਵਰਧਨ ਨੇ ਆਪਣੀ ਪੁਸਤਕ ਧਵਨੀਆਂ ਲੋਕ ਵਿੱਚ ਪ੍ਰਸਤੁਤ ਕੀਤਾ ਹੈਗਾ। ਅਬਿਦਾ, ਲਕਸ਼ਣਾ ਤੇ ਵਿਅੰਜਨਾ, ਇਹ ਮੂਲ 3 ਨੇ। 3 ਸ਼ਬਦ ਸ਼ਕਤੀਆਂ ਹੈਗੀਆਂ ਨੇ। ਔਰ ਜਿਹੜੇ ਮੀਮਾਂਸਕ ਤੇ ਨਿਆਂਇਕਾਂ ਨੇ, ਇੱਕ ਤਾਤਪਰੀਆ ਨਾਂ ਦੀ ਸ਼ਬਦ ਜਿਹੜੇ ਮੀਮਾਂਸਕ ਹੋਏ ਨੇ, ਮੀਮਾਂਸਕਾਂ ਤੇ ਨਿਆਂਇਕਾਂ ਨੇ ਤਾਤਪਰੀਆ ਨਾਂ ਦੀ ਇੱਕ ਹੋਰ ਸ਼ਬਦ ਸ਼ਕਤੀ ਇਹਦੇ ਨਾਲ ਜੋੜ ਦਿੱਤੀ ਸੀਗੀ। ਪਰ ਮੂਲ ਰੂਪ ਦੇ ਵਿੱਚ ਆਚਾਰੀਆ ਮੰਮਟ ਨੇ, ਕਾਵਿ ਪ੍ਰਕਾਸ਼ ਦੇ ਵਿੱਚ ਅਭਿਨਵ ਗੁਪਤ ਨੇ, ਅਭਿਨਵ ਭਾਰਤੀ ਤੇ ਧਵਨੀਆਂ ਲੋਚਨਮ ਦੇ ਵਿੱਚ ਇਹਨਾਂ ਤਿੰਨਾਂ ਨੂੰ ਹੀ ਜ਼ਿਆਦਾ ਐਕਸਪਲੇਨ ਕੀਤਾ ਹੈਗਾ। ਤਾਂ ਮੀਮਾਂਸਕ ਤੇ ਨਿਆਂਇਕਾਂ ਨੇ ਤਾਤਪਰੀਆ ਨੂੰ ਵੀ ਆਖਿਆ, ਪਰ ਮੂਲ ਰੂਪ ਦੇ ਵਿੱਚ ਅਬਿਦਾ, ਲਕਸ਼ਣਾ ਤੇ ਵਿਅੰਜਨਾ ਹੀ 3 ਸ਼ਬਦ ਸ਼ਕਤੀਆਂ ਹਨ ਜਿਹੜਾ ਧੁਨੀ ਸੰਪਰਦਾਇ ਦਾ ਆਧਾਰ ਹੈਗੀਆਂ ਨੇ। ਇਹਨਾਂ ਵਿੱਚੋਂ ਕਿਹੜੀ ਜਿਹੜੀ ਕਿਤਾਬ ਹੈਗੀ ਆ ਉਹ ਦਰਿਦਾ ਦੀ ਰਚਨਾ ਨਹੀਂ ਹੈ? ਰਾਈਟਿੰਗ ਐਂਡ ਡਿਫਰੈਂਸ ਆਫ ਗ੍ਰਾਮਟੋਲੋਜੀ, ਸਟਰਕਚਰਲ ਸਿਮੈਂਟਿਕਸ, ਸਪੀਚ ਐਂਡ ਫਿਨੋਮਨਾ। ਤੋ ਇਹ ਜਿਹੜੀ ਹੈਗੀ ਹੈ ਸਪੀਚ ਐਂਡ ਫਿਨੋਮਨਾ, ਇਹਦੀ ਕਿਤਾਬ ਯੱਖ ਦਰਿਦਾ ਦੀ ਨਹੀਂ ਹੈਗੀ। ਵਕਾਤਮਕ ਬਣਤਰ ਆਖਦੇ ਹਨ ਵਾਕ ਵਿੱਚ ਸ਼ਬਦਾਂ ਦੀ ਜੜਤ ਨੂੰ, ਵਾਕ ਵਿੱਚ ਅਰਥਾਂ ਦੀ ਜੜਤ ਨੂੰ, ਵਾਕ ਵਿੱਚ ਧੁਨੀਆਂ ਦੀ ਜੜਤ ਨੂੰ, ਜਾਂ ਕੋਈ ਨਹੀਂ। ਵਾਕ ਵਿੱਚ ਸ਼ਬਦਾਂ ਦੀ ਜੜਤ ਨੂੰ ਜਿਹੜਾ ਹੈਗਾ ਉਹ ਆਖਦੇ ਨੇ ਵਾਕ ਆਪਣੀ ਵਕਾਤਮਕ ਬਣਤਰ। ਹੁਣ ਇੱਕ ਵਾਕ ਹੈ, ਵਾਕ ਵਿੱਚ ਆ ਇੱਕ ਮੰਨ ਲਓ ਇੱਕ ਆ ਪੂਰਾ ਵਾਕ ਆ ਸਾਰੇ ਦੇ ਸਾਰੇ ਸ਼ਬਦ ਨੇ, ਸ਼ਬਦਾਂ ਦੀ ਜੜਤ ਹੈਗੀ ਆ ਵਾਕ ਦੇ ਵਿੱਚ। ਇਹ ਇੱਕ ਆ ਸਾਰੇ ਦੇ ਸਾਰੇ ਸ਼ਬਦ ਨੇ ਵਾਕ ਵਿੱਚ, ਆ ਸਾਰੇ ਦੇ ਸਾਰੇ ਸ਼ਬਦਾਂ ਦੀ ਜੜਤ ਕੀਤੀ ਗਈ ਹੈਗੀ ਆ, ਔਰ ਫਿਰ ਇੱਕ ਇਹ ਵਾਕ ਜਿਹੜਾ ਹੈਗਾ ਸੰਪੂਰਨ ਹੋਇਆ ਹੈ। ਵਾਕ ਵਿੱਚ ਉਦੇਸ਼ ਆਉਂਦਾ ਹੈ, ਵਾਕ ਦੇ ਆਰੰਭ ਵਿੱਚ, ਵਾਕ ਦੇ ਮੱਧ ਵਿੱਚ, ਵਾਕ ਦੇ ਅੰਤ ਵਿੱਚ, ਵਾਕ ਦੇ ਕਿਧਰੇ ਵੀ। ਸੋ ਇੱਕ ਤੇ ਜ਼ਰੂਰੀ ਨਹੀਂ ਕਿ ਵਾਕ ਦੇ ਅੰਤ ਵਿੱਚ ਜਾਂ ਮੱਧ ਵਿੱਚ ਹੀ ਆਉਣਾ ਹੈ, ਉਦੇਸ਼ ਵਾਕ ਦੇ ਵਿੱਚ ਉਹ ਕਿਧਰੇ ਵੀ ਆ ਸਕਦਾ ਹੁਣ ਹੈਗਾ, ਇਹ ਕੋਈ ਸ਼ਰਤ ਨਹੀਂ ਹੈਗੀ। ਗੱਗਾ ਤੇ ਘੱਗਾ ਨਾਲ ਅੰਕਿਤ ਹੋਣ ਵਾਲੀਆਂ ਧੁਨੀਆਂ ਦੇ ਉਚਾਰਨ ਦੀ ਸਾਂਝ ਹੈ। ਡੱਕਵੇਂ ਵਿਅੰਜਨ ਹੋਣ ਦੀ, ਨਾਦੀ ਅਲਪ ਪ੍ਰਾਣ, ਸੁਰ ਉਚਾਰਨ ਦੀ ਕੋਈ ਵੀ ਨਹੀਂ। ਤੋ ਇਹਦੇ ਵਿੱਚ ਹੈਗੀ ਆ ਡੱਕਵੇਂ ਵਿਅੰਜਨ ਹੋਣ ਦੀ, ਇਹਨਾਂ ਦੇ ਵਿਚਕਾਰ ਸਾਂਝ ਹੈਗੀ ਆ, ਨਾ ਅਲਪ ਪ੍ਰਾਣ ਨਹੀਂ ਹੈਗੇ। ਇੱਕ ਅਲਪ ਪ੍ਰਾਣ ਹੈ, ਇੱਕ ਮਹਾਪ੍ਰਾਣ ਹੈ, ਪਰ ਮੂਲ ਰੂਪ ਦੇ ਵਿੱਚ ਡੱਕਵੇਂ ਵਿਅੰਜਨ ਹੈਗੇ ਹੈ।
GB ਸਿੰਘ ਦੀ ਰਚਨਾ ਹੈ, ਇਹਨਾਂ ਵਿੱਚੋਂ ਕਿਹੜੀ ਕਿਤਾਬ ਜਿਹੜੀ ਹੈਗੀ ਹੈ GB ਸਿੰਘ ਦੀ ਹੈ? ਇਹ ਹੈ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ, ਇਹਨਾਂ ਦੀ ਕਿਤਾਬ ਹੈਗੀ GB ਸਿੰਘ ਦੀ। ਭਾਸ਼ਾ ਹੈ, ਭਾਸ਼ਾ ਸੰਚਾਰ ਮਾਧਿਅਮ ਹੈ, ਪ੍ਰਥਮ ਭਾਸ਼ਾ ਸੰਚਾਰ ਮਾਧਿਅਮ ਹੈਗਾ, ਇਸ ਕਰਕੇ ਸਾਡਾ ਆਨਸਰ ਜਿਹੜਾ ਹੈ ਉਹ ਆੜਾ ਆਏਗਾ ਇੱਥੇ। ਭਾਸ਼ਾ ਸਮਾਜ ਦਾ ਪਛਾਣ ਚਿੰਨ੍ਹ ਹੈ, ਸਮਾਜ ਦੀ ਪ੍ਰਕਿਰਤੀ ਹੈ, ਸੱਭਿਆਚਾਰ ਦਾ ਬਦਲਾ ਜਾਂ ਸੱਭਿਆਚਾਰ ਦਾ ਵਿਕਾਸ ਹੈ। ਤੋ ਭਾਸ਼ਾ ਜਿਹੜੀ ਹੈਗੀ ਆ ਉਹ ਸਮਾਜ ਦਾ ਪਛਾਣ ਚਿੰਨ੍ਹ ਹੁੰਦੀ ਹੈਗੀ, ਕਿਸੇ ਸਮਾਜ ਦਾ ਪਛਾਣ ਚਿੰਨ੍ਹ ਹੈਗੀ ਜਿਹੜੀ ਉਹ ਭਾਸ਼ਾ ਹੁੰਦੀ ਹੈ। ਭਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ ਤੋ ਸਰਵਪ੍ਰਥਮ ਭਾਸ਼ਾ ਜਿਹੜੀ ਹੈ ਉਹ ਸਮਾਜ ਵਿੱਚੋਂ ਹੀ ਗ੍ਰਹਿਣ ਕੀਤੀ ਜਾਂਦੀ ਹੈ, ਮਨੁੱਖ ਆਪਣੇ ਸਮਾਜ ਵਿੱਚੋਂ ਹੀ ਭਾਸ਼ਾ ਨੂੰ ਸਿੱਖਦਾ ਹੈ। ਭਾਸ਼ਾ ਵਿਗਿਆਨ ਦਾ ਖੇਤਰ ਹੈ, ਇਤਿਹਾਸ, ਸਾਹਿਤ, ਪੁਰਾਤੱਤਵ, ਇਹਨਾਂ ਵਿੱਚੋਂ ਕੋਈ ਵੀ ਨਹੀਂ ਭਾਸ਼ਾ ਵਿਗਿਆਨ ਦੇ ਅੰਤਰਗਤ ਨਹੀਂ ਆਉਂਦਾ ਹੈਗਾ, ਇਸ ਕਰਕੇ ਸਾਡਾ ਆਨਸਰ ਆਏਗਾ ਜਿਹੜਾ ਇੱਥੇ ਉਹ ਸ ਆਏਗਾ। ਰੂਪਗ੍ਰਾਮ ਹੈ, ਸ਼ਬਦ ਭਾਸ਼ਾ ਦੀ ਅਰਥਹੀਣ ਇਕਾਈ, ਭਾਸ਼ਾ ਦੀ ਸਾਰਥਿਕ ਇਕਾਈ, ਇਹਨਾਂ ਵਿੱਚੋਂ ਕੋਈ ਨਹੀਂ। ਤੋ ਰੂਪਗ੍ਰਾਮ ਜਿਹੜੀ ਹੈਗਾ ਉਹ ਭਾਸ਼ਾ ਦੀ ਅਰਥਹੀਣ ਇਕਾਈ ਹੁੰਦੀ ਹੈਗੀ ਹੈ। ਪ੍ਰਕਿਰਤ ਭਾਸ਼ਾ ਹੈ, ਪ੍ਰਕਿਰਤ ਜਿਹੜੀ ਹੈ ਉਹ ਆਰੀਅਨ ਭਾਸ਼ਾ ਹੈਗੀ ਹੈ। ਤੋ ਪ੍ਰਕਿਰਤ ਜਿਵੇਂ ਪਾਲੀ ਸੀ, ਸ਼ੌਰਸੈਨੀ ਸੀ, ਇਹ ਸਾਰੀਆਂ ਪ੍ਰਕਿਰਤਾਂ ਸੀਗੀਆਂ, ਸੰਸਕ੍ਰਿਤ ਤੋਂ ਬਾਅਦ ਦੇ ਵਿੱਚ ਪੈਦਾ ਹੋਈਆਂ ਔਰ ਇੱਕ ਆਰੀਅਨ ਲੈਂਗੁਏਜ ਹੀ ਇਹ ਸੀਗੀਆਂ ਜਿਹੜੀਆਂ ਪ੍ਰਾਕਿਰਤ ਭਾਸ਼ਾਵਾਂ ਸੀਗੀਆਂ। ਤੱਤਾ, ਥੱਥਾ, ਦੱਦਾ, ਧੱਦਾ ਕਿਸ ਵਰਗ ਦੀਆਂ ਧੁਨੀਆਂ ਹਨ? ਇਹ ਹੈਗੀਆਂ ਨੇ ਦੰਤੀ, ਦੰਤੀ ਵਰਗ ਦੀਆਂ ਨੇ। ਮੂਲ ਰੂਪ ਵਿੱਚ ਜਿਵੇਂ ਇਹੋ ਜਿਹੇ ਜਦੋਂ ਕੁਐਸਚਨ ਆਉਂਦੇ ਹੁੰਦੇ ਆ ਤੇ ਥੋੜਾ ਜਿਹਾ ਪ੍ਰੈਕਟੀਕਲ ਉਹਨਾਂ ਨੂੰ ਉਚਾਰ ਕੇ ਵੇਖ ਲਿਆ ਜਾਂਦਾ ਹੁੰਦਾ ਹੈਗਾ, ਇਹ ਕੋਈ ਰੱਟਾ ਲਾਉਣ ਵਾਲਾ ਕੰਮ ਨਹੀਂ। ਜਿਵੇਂ ਤ, ਥ, ਦ, ਤ, ਸਾਡੀ ਜ਼ੁਬਾਨ ਜਿਹੜੀ ਹੈਗੀ ਆ ਦੰਤ ਪਠਾਰ ਨੂੰ ਛੋਂਦੀ ਹੈ ਪਿਛਲੇ ਪਾਸਿਓਂ, ਇਸ ਕਰਕੇ ਦੰਤੀ ਧੁਨੀਆਂ ਨੇ। ਤੇ ਜੇਕਰ ਸਾਡੀ ਜ਼ੁਬਾਨ ਤਾਲੂਏ ਨੂੰ ਛੋਹੂਗੀ ਜਿਵੇਂ ਚ, ਛ, ਜ, ਝ, ñ, ਤੇ ਫਿਰ ਉਹ ਤਾਲਵੀ ਨੇ। ਤਾਂ ਥੋੜਾ ਜਿਹਾ ਨਾ ਇਸ ਪੱਖ ਤੋਂ ਪ੍ਰੈਕਟੀਕਲ ਹੋ ਕੇ ਵੇਖ ਲਈਦਾ ਹੁੰਦਾ ਹੈਗਾ ਕਿ ਤੁਹਾਡੀ ਜ਼ੁਬਾਨ ਜਿਹੜੀ ਹੈਗੀ ਉਹ ਕਿਵੇਂ ਟੱਚ ਕਰਦੀ ਹੈ, ਕਿਉਂਕਿ ਧੁਨੀਆਂ ਨੂੰ ਉਚਾਰਨ ਦੇ ਦੋ ਢੰਗ ਹੁੰਦੇ ਨੇ। ਆਚਾਰੀਆ ਪਾਣੀ ਨੇ ਦੱਸਿਆ ਹੈਗਾ, ਇੱਕ ਉਚਾਰਨ ਪ੍ਰਯਤਨ ਹੁੰਦਾ ਹੈ ਜਿਹੜੀ ਤੁਹਾਡੀ ਸਵਾਸ ਦੀ ਮਾਤਰਾ ਨਾਲ ਉਚਾਰੀਆਂ ਜਾਂਦੀਆਂ ਨੇ, ਔਰ ਦੂਸਰਾ ਹੁੰਦਾ ਉਚਾਰਨ ਸਥਾਨ ਜੋ ਤੁਹਾਡੀ ਜੀਭ ਦੀ ਮਾਤਰਾ ਨਾਲ ਉਚਾਰੀਆਂ ਜਾਂਦੀਆਂ ਨੇ। ਉਚਾਰਕ ਉਚਾਰਨ ਸਥਾਨ ਨੂੰ ਜਦੋਂ ਛੂੰਹਦਾ ਉਦੋਂ ਉਚਾਰਨ ਸਥਾਨ ਵਾਲੀਆਂ ਧੁਨੀਆਂ ਉਚਾਰੀਆਂ ਜਾਂਦੀਆਂ ਨੇ, ਤੇ ਜਦੋਂ ਫੇਫੜਿਆਂ ਵੱਲੋਂ ਆ ਰਹੀ ਪੌਣ ਧਾਰਾ ਨੂੰ ਮੂੰਹ ਪੋਲ ਵਿੱਚੋਂ ਬਾਹਰ ਕੱਢਿਆ ਜਾਂਦਾ ਉਦੋਂ ਉਚਾਰਨ ਪ੍ਰਯਤਨ ਆਖਿਆ ਜਾਂਦਾ ਹੈਗਾ। ਤੋ ਇਹੀ ਇਹਨਾਂ ਦੀ ਵਰਗ ਵੰਡ ਹੁੰਦੀ ਹੈਗੀ ਆ। ਪੰਜਾਬੀ ਦੇ ਵਿਅੰਜਨ ਹਨ, ਪੰਜਾਬੀ ਵਿੱਚ 29 ਵਿਅੰਜਨ ਮਿਲਦੇ ਹੈਗੇ ਨੇ, ਇਹ ਆਨਸਰ ਸਾਡਾ ਆਏਗਾ ਇੱਥੇ। ਲਾਂਗ ਤੇ ਪਰੋਲ ਕਿਸ ਦਾ ਸੰਕਲਪ ਹੈ? ਲਾਂਗ ਤੇ ਪਰੋਲ ਭਾਸ਼ਾ ਵਿਗਿਆਨ ਦਾ ਸੰਕਲਪ ਹੈ ਜੋ ਕਿ ਸਾਸਿਊਰ ਨੇ ਦਿੱਤਾ ਹੈਗਾ, ਸਾਸਿਊਰ ਨੇ ਇਹਨੂੰ ਦਿੱਤਾ ਸੀਗਾ। ਜਨੇਵਾ ਯੂਨੀਵਰਸਿਟੀ ਦਾ ਪ੍ਰੋਫੈਸਰ ਆ ਸੰਸਕ੍ਰਿਤ ਦਾ, ਸਾਸਿਊਰ ਸੰਸਕ੍ਰਿਤ ਦਾ ਪ੍ਰੋਫੈਸਰ ਹੈ ਉਹ, ਉਸਨੇ ਇਹ ਸੰਕਲਪ ਪੇਸ਼ ਕੀਤਾ ਸੀਗਾ ਸਾਸਿਊਰ ਨੇ। ਕਿਹੜਾ ਜੁੱਟ ਜਸਵੰਤ ਸਿੰਘ ਨੇਕੀ ਦੀਆਂ ਰਚਨਾਵਾਂ ਦਾ ਨਹੀਂ? ਇਹ ਮੇਰੇ ਸੰਸੇ, ਮੇਰੇ ਗੀਤ ਬਿਰਖੇ ਹੇਠ, ਸਭ ਜੰਤ, ਸੱਤ ਸੁਹਾਣ, ਅਸਲੇ ਤੇ ਓਲੇ, ਪਾਣੀ ਵਿੱਚ ਪਤਾਸੇ, ਸੱਤ ਸੁਹਾਣ, ਮੇਰਾ ਗੀਤ ਮੇਰਾ ਸੋਲਾ ਤੇਰਾ ਕਰੁਣਾ ਦੀ ਸ਼ੋਅ ਮਗਰੋਂ, ਅਸਲੇ ਓਲੇ, ਪ੍ਰਤੀਬਿੰਬਾਂ ਦੇ ਸਰੋਵਰ ਚੋਂ ਕੋਈ ਨਾਉ ਨਾ ਜਾਣੇ, ਮੇਰਾ ਤਾਰਿਆਂ ਦੀ ਲੋ। ਤੋ ਇਹਦੇ ਵਿੱਚ ਜਿਹੜਾ ਹੈਗਾ ਇਹ ਹੈ ਸ, ਪ੍ਰਤੀਬਿੰਬਾਂ ਦੇ ਸਰੋਵਰ ਚੋਂ, ਤੇ ਇਹ ਜਿਹੜਾ ਇਹਨਾਂ ਦੀ ਰਚਨਾ ਨਹੀਂ ਹੈਗੀ, ਲਾਸਟ ਵਾਲਾ ਸ ਹੈਗਾ। ਭਾਸ਼ਾ ਵਿਗਿਆਨ ਦਾ ਅੰਗ ਹੈ ਅਰਥ ਪ੍ਰਬੰਧ, ਟੀਕਾ, ਵਿਆਕਰਨ, ਸ਼ੈਲੀ। ਤੋ ਭਾਸ਼ਾ ਵਿਗਿਆਨ ਦਾ ਜਿਹੜਾ ਅੰਗ ਹੈਗਾ ਉਹ ਹੈਗਾ ਅਰਥ ਪ੍ਰਬੰਧ ਆਏਗਾ ਇਹਦੇ ਵਿੱਚ। ਅਰਥ ਪ੍ਰਬੰਧ ਹੈਗਾ ਜਿਹੜਾ ਉਹ ਭਾਸ਼ਾ ਵਿਗਿਆਨ ਦੇ ਅੰਤਰਗਤ ਆਉਂਦਾ ਹੈਗਾ। ਗਿਆਨੀ ਸ਼ਬਦ ਦੇ ਅਰਥਾਂ ਵਿੱਚ ਹੈ ਅਰਥ ਸੰਕੋਚ, ਅਰਥ ਵਿਸਥਾਰ। ਤੋ ਗਿਆਨੀ ਸ਼ਬਦਾਂ ਦੇ ਵਿੱਚ ਹੈ ਅਰਥ ਸੰਕੋਚ। ਇੱਥੇ ਅਰਥ ਹੈਗਾ ਇੱਕ ਵਿਅਕਤੀ ਤੱਕ ਹੀ ਸੀਮਤ ਰਹਿ ਜਾਂਦਾ ਹੈਗਾ। ਗਿਆਨ ਤੋਂ ਗਿਆਨੀ, ਗਿਆਨ ਤਾਂ ਸਰਬੰਗੀ ਹੈਗਾ, ਸਰਬੱਤਰ ਹੈ, ਤੋ ਗਿਆਨੀ ਇੱਕ ਬੰਦੇ ਤੱਕ ਸਿਮਟ ਕੇ ਸੀਮਤ ਰਹਿ ਗਿਆ ਹੈਗਾ, ਇਸ ਕਰਕੇ ਅਰਥ ਸੰਕੋਚ ਹੋ ਗਿਆ ਇੱਥੇ। ਧੁਨੀ ਪਰਿਵਰਤਨ ਦਾ ਕਾਰਨ ਹੈ, ਤੋ ਧੁਨੀ ਨਿਯਮਾਂ ਦੇ ਅਨੁਸਾਰ ਧੁਨੀ ਪਰਿਵਰਤਨ ਹੁੰਦਾ ਹੈਗਾ,
ਉਚੇਚ ਜਾਂ ਸੁਭਾਵਿਕਤਾ ਜਾਂ ਅਸੁਭਾਵਿਕਤਾ ਕਰਕੇ ਨਹੀਂ ਹੁੰਦਾ, ਇਹ ਧੁਨੀ ਨਿਯਮਾਂ ਦੇ ਕਰਕੇ ਹੁੰਦਾ ਹੈਗਾ। ਤੋ ਪੱਪਾ, ਫੱਫਾ, ਬੱਬਾ, ਭੱਬਾ ਕਿਸ ਵਰਗ ਦੀਆਂ ਧੁਨੀਆਂ ਹਨ? ਤੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਇਹਨੂੰ ਪ੍ਰੈਕਟੀਕਲ, ਜੇਕਰ ਸਾਨੂੰ ਨਹੀਂ ਪਤਾ ਹੁੰਦਾ ਕਈ ਵਾਰ, ਤੇ ਤੁਸੀਂ ਪ੍ਰੈਕਟੀਕਲ ਹੋ ਜਾ ਕਰੋ, ਉਚਾਰ ਕੇ ਦੇਖ ਲਿਆ ਕਰੋ। ਸਾਡੀ ਮਾਦਰੀ ਜ਼ੁਬਾਨ ਹੈ, ਤਕਰੀਬਨ ਸਾਰਿਆਂ ਨੂੰ ਹਰੂਫੇ ਤਹਜ਼ੀ ਤਾਂ ਆਉਂਦਾ ਹੀ ਹੈਗਾ, 35 ਤਾਂ ਆਉਂਦੀ ਹੁੰਦੀ ਹੈ, ਉਹਨੂੰ ਤੁਸੀਂ ਉਚਾਰ ਕੇ ਦੇਖ ਲਿਆ ਕਰੋ। ਜਿਵੇਂ ਪ, ਫ, ਬ, ਪ, ਮ, ਤਾਂ ਦੋਨੇ ਹੋਸਟ ਜਿਹੜੇ ਹੈਗੇ ਨੇ, ਹੋਠ ਜਿਹੜੇ ਹੈਗੇ ਨੇ, ਇੱਕ ਦੂਜੇ ਨਾਲ ਬੁੱਲ ਸਾਡੇ ਲਿਪਸ ਜੁੜਦੇ ਨੇ, ਇਸ ਕਰਕੇ ਇਹ ਹੋਣਗੀਆਂ ਹੋਠੀ ਧੁਨੀਆਂ। ਤੋ ਇਸ ਨਾਲ ਹੀ ਸਾਡੀ ਇਹ ਸ਼੍ਰੰਖਲਾ ਦਾ ਜਿਹੜਾ ਇਹ ਸਾਡਾ ਵਿਖਿਆਨ ਹੈਗਾ ਇੱਥੇ ਸਮਾਪਤ ਹੈ। ਤੋ ਅਗਲੀ ਕੜੀ ਦੇ ਵਿੱਚ ਫੇਰ ਮਿਲਦੇ ਹਾਂ ਨਵੀਂ ਹੋਰ ਕੁਐਸਚਨਾਂ ਦੇ ਨਾਲ, ਹੋਰ ਸਵਾਲਾਂ ਦੇ ਨਾਲ। ਸੋ ਮੈਨੂੰ ਆਸ ਹੈ ਕਿ ਤੁਸੀਂ ਇਹਨਾਂ ਤੋਂ ਲਾਹੇਵੰਦ ਹੋਵੋਗੇ ਅਤੇ ਲਾਭ ਉਠਾਓਗੇ। ਫਿਰ ਦੂਸਰੇ ਲੈਕਚਰ ਵਿੱਚ ਮਿਲਦੇ ਹਾਂ, ਤਦ ਤੱਕ ਲਈ ਧੰਨਵਾਦ।